With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ दिया ते बेड़ा गर्क कीता है. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਅਤੇ ਨਾਲ ਹੀ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਅੱਜ 317ਵੇਂ ਖਾਲਸਾ ਜਨਮ ਦਿਹਾੜੇ ਤੇ ਮੁਬਾਰਕਾਂ ਦਿੰਦੀ ਹਾਂ। ਦਰਸ਼ਕੋ, ਇਹ ਉਹ ਦਿਨ ਹੈ ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 14 ਅਪ੍ਰੈਲ 1699 ਈਸਵੀ ਵਿੱਚ 5 ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਤੇ ਉਹਨਾਂ ਤੋਂ ਅੰਮ੍ਰਿਤ ਛਕ ਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਇਸੇ ਵਿਸ਼ੇ ਨਾਲ ਸੰਬੰਧਿਤ ਅਸੀਂ ਡਾਕਟਰ ਅਮਰਜੀਤ ਸਿੰਘ ਜੀ ਨਾਲ ਗੱਲਬਾਤ ਕਰਾਂਗੇ, ਜਿਹੜੇ ਕਿ ਮੇਰੇ ਨਾਲ ਇਸ ਟਾਈਮ ਸਟੂਡੀਓ ਵਿੱਚ ਬੈਠੇ ਹੋਏ ਨੇ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਨੂੰ ਲੱਖ ਲੱਖ ਮੁਬਾਰਕਾਂ ਹੋਣ। ਦੇਖੋ, ਅਸੀਂ ਵੀ ਅੱਜ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ ਜਿਹੜਾ ਕਿ ਮੂਲ ਨਾਨਕਸ਼ਾਹੀ ਕੈਲੰਡਰ 2003 ਮੁਤਾਬਕ ਪਹਿਲੀ ਵਿਸਾਖ 14 ਅਪ੍ਰੈਲ ਦਾ ਦਿਨ ਹੈ ਜੀ, ਸਮੂਹ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਦਿੰਦੇ। ਵੈਸੇ ਅਸੀਂ ਕੱਲ ਦੇ ਪ੍ਰੋਗਰਾਮ 'ਚ ਵੀ ਇਸ ਵਿਸ਼ੇ ਨੂੰ ਛੋਇਆ ਸੀ ਔਰ ਕਾਫੀ ਜਿਹੜਾ ਖਾਸ ਤੌਰ ਤੇ ਉਹਦਾ ਇੰਟਰਨੈਸ਼ਨਲ ਪਰਸਪੈਕਟਿਵ ਹੈ ਕਿ ਕਿਵੇਂ ਇਸ ਵਾਰ ਉਹ ਕੈਨੇਡਾ ਦੀ ਪਾਰਲੀਮੈਂਟ ਹਿੱਲ ਹੋਏ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ, ਕਿਵੇਂ ਅੱਜ 10 ਤੋਂ 12 ਤੱਕ ਵਾਈਟ ਹਾਊਸ ਦੇ ਵਿੱਚ ਇਸ ਸੰਬੰਧੀ ਸਿੱਖ ਲੀਡਰਸ਼ਿਪ ਬਰੀਫਿੰਗ ਦੇ ਥੱਲੇ ਵਿਸ਼ੇਸ਼ ਪ੍ਰੋਗਰਾਮ ਸੀ। ਉਸ ਤੋਂ ਬਾਅਦ ਕੈਪੀਟਲ ਹਿੱਲ ਦੀਆਂ ਸਟੈਪਸ ਦੇ ਉੱਤੇ ਦੋਨੋਂ ਹੀ ਬਾਈ ਪਾਰਟੀਸਨ ਸਿੱਖ ਕਾਕਸ ਮੈਂਬਰਾਂ ਨੇ ਪ੍ਰੋਕਲੇਮੇਸ਼ਨ ਔਨ ਵਿਸਾਖੀ ਜਾਰੀ ਕੀਤੀ ਔਰ ਦੁਪਹਿਰ ਬਾਅਦ 3 ਵਜੇ ਦੇ ਕਰੀਬ ਡੈਮੋਕ੍ਰੈਟਿਕ DNC ਆਫਿਸ ਦੇ ਵਿੱਚ ਲੰਚੀਓਨ ਸੀ ਜਿੱਥੇ ਸਿੱਖਾਂ ਨੂੰ ਵੈਲਕਮ ਕੀਤਾ ਗਿਆ। ਔਰ ਇਸ ਤੋਂ ਇਲਾਵਾ ਕੱਲ ਅਸੀਂ ਵੇਰਵੇ ਨਾਲ ਜ਼ਿਕਰ ਕੀਤਾ ਸੀ ਕਿ ਕਿਵੇਂ ਬ੍ਰਿਟਨ ਦੇ ਪ੍ਰਾਈਮ ਮਿਨਿਸਟਰ, ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੇ ਵੀ ਇਸ ਵਿਸ਼ੇਸ਼ ਮੌਕੇ ਦੇ ਉੱਤੇ ਸਿੱਖਾਂ ਦੀ ਕੰਟਰੀਬਿਊਸ਼ਨ ਨੂੰ ਰੈਕਗਨਾਈਜ਼ ਕਰਦੇ ਆ ਇਸ ਖਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਨੇ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਮਨੁੱਖੀ ਇਤਿਹਾਸ ਜਿਹੜਾ ਕਿ ਲਗਭਗ 7-8 ਹਜ਼ਾਰ ਸਾਲ ਦਾ ਜਦੋਂ ਅਸੀਂ ਦੇਖਦੇ ਔਰ ਹਰ ਧਰਮ, ਹਰ ਮਜ਼ਹਬ, ਹਰ ਸਕੂਲ ਆਫ ਥਾਟ ਨੂੰ
ਆਪਣੇ ਪੈਗੰਬਰਾਂ ਤੇ, ਆਪਣੇ ਅਵਤਾਰਾਂ ਤੇ, ਆਪਣੇ ਗੁਰੂਆਂ ਤੇ ਫਖਰ ਹੈ, ਹੋਣਾ ਵੀ ਚਾਹੀਦਾ। ਪਰ ਜਦੋਂ ਅਸੀਂ ਖਾਲਸਾ ਪੰਥ ਦੀ ਸਾਜਨਾ ਨਾਲ 10ਵੇਂ ਪਾਤਸ਼ਾਹ ਦੀ ਉਹ ਅਗੰਮੀ ਸ਼ਖਸੀਅਤ ਨਾਲ, ਜਿਸ ਨੂੰ ਭਾਈ ਗੁਰਦਾਸ ਸਿੰਘ ਜੀ ਨੇ 2 ਸ਼ਬਦਾਂ ਦੇ ਵਿੱਚ ਹੀ ਬਿਆਨ ਕੀਤਾ ਹੈ, 2 ਲਾਈਨਾਂ ਦੇ ਵਿੱਚ, ਕਿ ਵੈ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ, ਕਿ ਉਹ ਮਰਦ ਅਗੰਮੜ ਹੈ। ਅਗੰਮ ਉਹ ਆਗਮ ਨਿਗਮ ਦਾ ਦੇਸ਼ ਹੈ, ਨਿਰੰਕਾਰ ਦਾ ਦੇਸ਼, ਉਸ ਦੇਸ਼ ਚੋਂ ਆਇਆ ਉਹ ਕਾਮਲ ਮਰਦ ਹੈ। ਵਰਿਆਮ ਸੂਰਬੀਰ ਨੂੰ ਕਹਿੰਦੇ ਨੇ, ਉਹਨਾਂ ਦੀ ਸੂਰਬੀਰਤਾ ਦਾ ਕੋਈ ਮੁਕਾਬਲਾ ਨਹੀਂ, ਅਕੇਲਾ ਹੈ, ਯੂਨੀਕ, ਕਿ ਉਹਨਾਂ ਵਰਗੇ ਉਹੀ ਨੇ ਜੀ। ਤੇ ਜਦੋਂ ਆਪੇ ਗੁਰਚੇਲਾ ਦੀ ਗੱਲ ਹੁੰਦੀ ਹੈ ਤੇ ਫਿਰ ਵਾਹ ਵਾਹ ਤੋਂ ਬਿਨਾਂ ਹੋਰ ਕੁਛ ਨਹੀਂ ਮੂੰਹ ਚੋਂ ਨਿਕਲਦਾ। ਇਹ ਵੀ ਜਿਹੜੀ ਹੈ ਉਸ ਵਿਸਵਾਦ ਦੀ ਦੁਨੀਆ ਦੀ ਗੱਲ ਹੈ ਕਿ ਗੁਰੂ ਕਲਗੀਧਰ ਪਾਤਸ਼ਾਹ ਨੇ ਉਹ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਨਾਲ ਜਿਹੜਾ ਮਨੁੱਖ ਲਗਭਗ 1469 ਈਸਵੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਮਾਨ ਹੋਣ ਤੋਂ 1699 230 ਸਾਲ ਦਾ ਸਫ਼ਰ ਹੈ, ਉਸ ਨੂੰ ਕਿਵੇਂ ਮੁਕੰਮਲ ਕੀਤਾ ਔਰ ਫਰਮਾਇਆ ਕਿ ਹੁਣ ਇਹ ਖਾਲਸਾ ਇਸ ਧਰਤੀ ਦੇ ਉੱਤੇ ਸੱਚ, ਹੱਕ, ਇਨਸਾਫ ਦੀਆਂ ਕਦਰਾਂ ਕੀਮਤਾਂ ਦਾ ਪਹਿਰੇਦਾਰ ਹੈ ਜੀ। ਉਸ ਮੌਕੇ ਦੀ ਸਾਖੀ ਜਾਂ ਇਤਿਹਾਸਕ ਵਾਕਿਆ ਤੋਂ ਸਿੱਖ ਸੰਗਤਾਂ ਵਾਕਫ ਨੇ। 80,000 ਦਾ ਇਕੱਠ ਔਰ ਕਲਗੀਧਰ ਪਾਤਸ਼ਾਹ ਦੀ ਉਹ ਚਮਕਦੀ ਸ਼ਮਸ਼ੀਰ ਕਿ ਜਿਸ ਦੀ ਮੰਗ ਹੈ ਕਿ ਸਿਰ ਦੀ ਲੋੜ ਹੈ, ਔਰ ਇਹ ਸਿਰ ਦੇਣਾ ਜਦੋਂ ਅਸੀਂ ਗੁਰਬਾਣੀ ਆਧਾਰਿਤ ਵਿਚਾਰ ਕਰਦੇ ਹਾਂ ਤੇ ਇਹ ਗੱਲ ਬੜੀ ਸਪਸ਼ਟਤਾ ਦੇ ਨਾਲ ਹੈ ਜਦੋਂ ਅਸੀਂ ਬਾਣੀ 'ਚ ਪੜ੍ਹਦੇ ਹਾਂ ਕਿ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤੋ ਆਓ ਹਮਾਰੇ ਪਾਸ। ਇਹ ਅਧਿਆਤਮ ਦੀ ਦੁਨੀਆ ਆਪੇ ਨੂੰ ਮਾਰਨੇ। ਸਰੀਰ ਬੜਾ 5 ਤੱਤਾਂ ਦਾ ਮੇਲ ਹੈ ਔਰ ਵਿਨਸ ਜਾਣ ਵਾਲਾ ਹੈ। ਇਸ ਵਿਚਲੀ ਰੂਹ, ਇਸ ਵਿਚਲਾ ਮਨ, ਇਸ ਵਿਚਲੀ ਅੰਤਰਾਤਮਾ ਜਿਹੜੀ ਕਿ ਬਹੁਤ ਵਾਰ ਅਸਲ ਤੱਤ ਨਾਲੋਂ ਬਾਹਰਲੇ ਤੱਤ ਨਾਲ ਜੁੜਦੀ ਹੈ। ਜਦੋਂ ਅਸੀਂ ਸਰੀਰ ਦਾ ਮੋਹ ਕਰਦੇ ਹਾਂ, ਸਰੀਰ ਦੇ ਨਾਲ ਜੁੜੇ ਹੋਏ ਜਿਹੜੇ ਸਵਾਦ ਨੇ ਉਹਨਾਂ ਦੇ ਵਿੱਚ ਹੀ ਆਪਣੇ ਆਪ ਨੂੰ ਗਲਤਾਨ ਕਰਦੇ ਹਾਂ ਤੇ ਇਹ ਮਾਨੋ ਦੁਨੀਆ ਦੇ ਵਿੱਚ ਦੁਨੀਆਦਾਰ ਹੋਣਾ। ਤੇ ਜਦੋਂ ਇਸ ਸਰੀਰ ਦੇ ਵਿੱਚ ਰਹਿੰਦੇ ਆ ਵੀ ਜੀਵਾਤਮਾ ਨੇ ਅਲਟੀਮੇਟਲੀ ਇਹ ਇਵੇਂ ਹੀ ਹੈ ਜਿਵੇਂ ਇੱਕ ਵਹੀਕਲ ਹੈ ਔਰ ਆਤਮਾ ਇੰਜਣ ਹੈ। ਲੇਕਿਨ ਜੇ ਉਹ ਆਤਮਾ ਨਿਰੰਕਾਰ ਦੇ ਨਾਲ ਜੁੜੀ ਹੋਈ ਹੈ ਤੇ ਫਿਰ ਜਿਹੜੀ ਤੁਸੀਂ ਕਾਰ ਕਰਦੇ ਹੋ ਰੋਜ਼ਾਨਾ ਜ਼ਿੰਦਗੀ ਦੀ, ਜੋ ਤੁਸੀਂ ਕਾਰੋਬਾਰ ਕਰਦੇ ਹੋ, ਜਿਵੇਂ ਤੁਸੀਂ ਗ੍ਰਸਤ ਜੀਵਨ ਦੇ ਵਿੱਚ ਵਿਚਰਦੇ ਹੋ, ਉਸ ਸਭ ਦੀ ਇੱਕ ਡਾਇਰੈਕਸ਼ਨ ਹੈ, ਇੱਕ ਫੋਕਸ ਹੈ ਔਰ ਅਧਿਆਤਮ ਦੀ ਦੁਨੀਆ ਉਸ ਫੋਕਸ ਨੂੰ ਲੱਭਣ ਦੀ ਗੱਲ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਦੋਂ ਅਸੀਂ ਆਪਣਾ ਮੂਲ ਪਛਾਣ ਕੇ ਜੀਵਨ ਨੂੰ ਜਿਉਂਦੇ ਹਾਂ ਤੇ ਜੀਵਨ ਨੂੰ ਇੱਕ ਆਧਾਰ ਮਿਲਦਾ ਹੈ ਤੇ ਜਦੋਂ ਅਸੀਂ ਇਸ ਮਨ ਨੂੰ ਗੁਰੂ ਪ੍ਰਾਇਣ ਕਰ ਦਿੰਦੇ, ਗੁਰੂ ਦੇ ਅਰਪਣ ਕਰ ਦਿੰਦੇ ਤੇ ਫਿਰ ਸਾਨੂੰ ਇਸ ਗੱਲ ਦੀ ਸਮਝ ਹੁੰਦੀ ਹੈ ਕਿ ਭਾਈ ਗੁਰੂ ਦੀ ਮੱਤ ਸਿਆਣਪ ਨਾਲ ਭਰੀ ਹੋਈ ਮੱਤ ਹੈ ਔਰ ਸਾਡੀ ਆਪਣੀ ਮੱਤ ਜਿਹੜਾ ਸਾਡਾ ਮਨ ਹੈ ਉਹ ਸਾਨੂੰ ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਰਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾਂ ਪਾਲੇ। ਕਿ ਇਸ ਮਨ ਨੇ ਟਿਕਣਾ ਨਹੀਂ ਹੈ, ਟਿਕਣ ਨਹੀਂ ਦੇਣਾ, ਇਹ ਮਨ ਦਾ ਸੁਭਾਅ ਹੈ। ਲੇਕਿਨ ਜੇ ਗੁਰੂ ਦੀ ਮੱਤ ਦਾ ਕੁੰਡਾ ਇਸ ਮਨ ਦੇ ਉੱਤੇ ਰੱਖਿਆ ਜਾਂਦਾ ਹੈ ਤੇ ਫਿਰ ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਜ ਤੱਤ ਕਾ ਜੀਓ। ਫਿਰ ਤੁਸੀਂ ਉਸ ਦੀ ਸ਼ਕਤੀ, ਉਸ ਦੇ ਤੱਤਾਂ ਵਿੱਚ ਵੀ ਉਸ ਨਿਰੰਕਾਰ ਦੀ, ਜਿਹਨੂੰ ਅਸੀਂ ਕਹਿੰਦੇ ਹਾਂ ਗੁਰਮੁਖ ਰੋਮ ਰੋਮ ਹਰ ਧਿਆਵੇ, ਉਹ ਜਿਹੜਾ ਰੋਮ ਰੋਮ ਧਿਆਨ ਹੈ ਉਹ ਇਸ ਦੁਨੀਆ ਦੀ ਗੱਲ ਹੈ। ਸੋ ਜਦੋਂ ਅਸੀਂ ਦੁਨਿਆਵੀ ਅੱਖ ਤਾਂ ਸਾਡੀ ਦੇਖਦੀ ਹੈ ਕਿ ਤਲਵਾਰ ਲਿਸ਼ਕਦੀ ਹੈ, ਤਲਵਾਰ ਦੀ ਧਾਰ ਦੇ ਉੱਤੇ ਸਿਰ ਧਰਿਆ ਹੈ, ਫਿਰ ਲਹੂ ਲਿਬੜੀ ਤਲਵਾਰ ਹੈ, ਆਮ ਲੋਕਾਂ ਨੂੰ ਲੱਗ ਰਿਹਾ ਵੀ ਇਹ ਕੀ ਹੋ ਰਿਹਾ ਔਰ ਇਸ ਲਈ ਇਹਨੂੰ ਅਸੀਂ ਕੌਤਕ ਕਹਿੰਦੇ ਜੀ। ਔਰ ਬਹੁਤ ਵਾਰ ਕਈ ਵਾਰ ਇਤਿਹਾਸਕਾਰ ਇਸ ਗੱਲ ਦੇ ਉੱਤੇ ਡਿਬੇਟ ਕਰਦੇ ਨੇ, ਵੰਡੇ ਜਾਂਦੇ ਨੇ ਕਿ ਉਸ ਤੰਬੂ ਦੇ ਅੰਦਰ ਜਿੱਥੇ ਗੁਰੂ ਸਾਹਿਬ ਸਿੱਖਾਂ ਨੂੰ ਲਗਾਏ ਕੀ ਹੋਇਆ, ਕਿਸੇ ਨੇ ਕੋਈ ਕਹਾਣੀ ਬਣਾਈ, ਕਿਸੇ। ਜਦੋਂ ਅਸੀਂ ਕੌਤਕ ਕਹਿੰਦੇ ਹਾਂ, ਜੇ ਉਸ ਖੈਮੇ ਦੇ ਅੰਦਰ ਗੁਰੂ ਕਲਗੀਧਰ ਉਹਨਾਂ ਨੂੰ ਲੈ ਕੇ ਜਾਂਦੇ ਨੇ ਤੇ ਇਹ ਗੁਰੂ ਦਾ ਕੌਤਕ ਹੈ, ਸਾਨੂੰ ਉਸ ਤੰਬੂ ਅੰਦਰ ਝਾਕਣ ਦਾ ਹੱਕ ਨਹੀਂ ਸਾਡੇ ਲਈ। ਤਾਂ ਜਦੋਂ ਭਾਈ ਦਿਆਲ ਸਿੰਘ ਆ ਕੇ ਗੁਰੂ ਸਾਹਿਬ ਦੇ ਸਨਮੁਖ ਖਲੋ ਗਏ ਕਿ ਮੇਰਾ ਸਿਰ ਤੁਹਾਡੇ ਹਾਜ਼ਰ ਹੈ, ਉਹ ਆਪਣੇ ਆਪ ਦੇ ਵਿੱਚ ਮੁਕੰਮਲ ਸਰੈਂਡਰ ਸੀ। ਔਰ ਇਹੀ ਗੱਲ ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ,
ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਔਰ ਉਹਨਾਂ ਨੇ ਜਿਹੜਾ ਰੁਤਬਾ ਪਾਇਆ ਉਸ ਆਪਾ ਸਮਰਪਣ ਦੇ ਨਾਲ, ਉਸ ਨੂੰ ਅਸੀਂ ਪਿਆਰੇ, ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਨੇ ਉਹਨਾਂ ਦੇ ਲਈ ਇਹ ਸ਼ਬਦ ਇਸਤੇਮਾਲ ਕੀਤਾ ਕਿ ਲਵਡ ਵਨਸ, ਇਹ ਮੇਰੇ ਪਿਆਰੇ ਨੇ। ਔਰ ਜਦੋਂ ਅਸੀਂ ਅਰਦਾਸ ਦੇ ਵਿੱਚ ਦੇਖਦੇ ਹਾਂ, ਗੁਰੂ ਦੇ 4 ਸਾਹਿਬਜ਼ਾਦੇ ਚਾਰੋਂ ਸ਼ਹੀਦ ਨੇ। ਵੱਡੇ ਚਮਕੌਰ ਦੀ ਗੜੀ ਤੋਂ ਨਿਕਲ ਕੇ ਬਾਹਰ ਦੁਸ਼ਮਣ ਦਾ ਟਾਕਰਾ ਕਰਦੇ ਨੇ, ਛੋਟੇ ਸਾਹਿਬਜ਼ਾਦੇ ਸਰਹੰਦ ਵਿੱਚ ਸ਼ਹੀਦ ਹੁੰਦੇ ਨੇ। ਪਰ ਅਸੀਂ ਅਰਦਾਸ ਵਿੱਚ ਦੇਖਦੇ ਹਾਂ ਕਿ 10 ਪਾਤਸ਼ਾਹੀਆਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਯਾਦ ਕਰਨ ਤੋਂ ਬਾਅਦ 5 ਪਿਆਰਿਆਂ, 4 ਸਾਹਿਬਜ਼ਾਦਿਆਂ, 40 ਮੁਕਤਿਆਂ। ਸੋ ਉਹਦੇ ਚ ਵੀ ਸਾਹਿਬਜ਼ਾਦਿਆਂ ਨਾਲੋਂ ਵੀ ਪਹਿਲਾਂ 5 ਪਿਆਰੇ, ਉਹਨਾਂ ਪਿਆਰਿਆਂ ਦਾ ਜ਼ਿਕਰ ਹੈ। ਔਰ ਇਹ ਜਿਹੜਾ ਸਾਰਾ ਵਾਕਿਆ ਹੈ, ਇਸ ਦੇ ਜਿੰਨੇ ਆਸਪੈਕਟ ਵੀ ਅਸੀਂ ਦੇਖਦੇ ਹਾਂ ਕਿ ਕਿਵੇਂ ਉਸ ਧਰਤੀ ਤੋਂ ਗੁਲਾਮੀ ਦੇ ਸੰਗਲ ਕੱਢਣ ਦੇ ਲਈ ਇਹ ਖਾਲਸਾ, ਔਰ 10ਵੇਂ ਪਾਤਸ਼ਾਹ ਨੇ ਫਰਮਾਇਆ ਖਾਲਸੇ ਨੂੰ ਸੰਬੋਧਿਤ ਹੁੰਦਿਆਂ ਕਿ ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ, ਤੁਸੀਂ ਖਾਲਸਾ ਹੋ। ਔਰ ਉਸ ਸਾਰੇ ਨੂੰ, ਬੇਸ਼ੱਕ ਇਹ ਜੋ ਅਸੀਂ ਬਿਆਨ ਕੀਤਾ ਇਹ ਵਾਰਤਕ ਰੂਪ ਦੇ ਵਿੱਚ ਹੈ, ਕਈ ਵਾਰ ਕਾਵਿਕ ਰੂਪ ਦੇ ਵਿੱਚ ਜਦੋਂ ਤੁਸੀਂ ਕਿਸੇ ਚੀਜ਼ ਨੂੰ ਬੰਨ੍ਹ ਲੈਂਦੇ ਹੋ ਤੇ ਉਹ ਉਸੇ ਹੀ ਭਾਵ ਨੂੰ ਹੋਰ ਵੀ ਥੋੜੇ ਸ਼ਬਦਾਂ 'ਚ ਦਰਸਾਉਂਦਾ ਹੈ। ਔਰ ਕੁਝ ਭਾਵ, ਜਿਵੇਂ ਗੁਰੂ ਸਾਹਿਬ ਨੇ ਜ਼ਫਰਨਾਮਾ ਪਾਤਸ਼ਾਹੀ 10ਵੀਂ 'ਚ ਇੱਕ ਸ਼ੇਅਰ ਇਸ ਪ੍ਰਥਾਏ ਜਿਸ ਦੀ ਸ਼ੁਰੂਆਤ ਗੁਰੂ ਸਾਹਿਬ ਨੇ ਕੀਤੀ, ਮਨ ਆਂਕਨੂ ਬੇਆਫਜ਼ਾਲੇ ਪੁਰਸ਼ ਅਕਾਲ ਕੁਨਮ ਜ਼ਿਆਬ ਆਹਨ ਚੁਨਾ ਬਰਕਸ਼ਾਲ। ਜਦੋਂ ਅਸੀਂ ਅੰਮ੍ਰਿਤ ਨੂੰ ਫਾਰਸੀ ਦੇ ਵਿੱਚ ਆਬੇ ਹਯਾਤ ਕਹਿੰਦੇ ਨੇ, ਹਯਾਤ ਜ਼ਿੰਦਗੀ ਨੂੰ ਕਹਿੰਦੇ ਨੇ, ਆਬ ਪਾਣੀ ਨੂੰ ਕਹਿੰਦੇ ਨੇ, ਉਹ ਪਾਣੀ ਜਿਹੜਾ ਜ਼ਿੰਦਗੀ ਦਿੰਦਾ ਹੈ। ਹੁਣ ਅੰਮ੍ਰਿਤ, ਮ੍ਰਿਤ ਮਰਨੇ, ਅੰਮ੍ਰਿਤ ਉਹ ਹੈ ਜਿਹੜਾ ਪੀਣ ਤੋਂ ਬਾਅਦ ਕੋਈ ਮਰੇ ਨਾ। ਹੁਣ ਸਰੀਰ ਦਾ ਤਾਂ ਇੱਕ ਧਰਮ ਹੈ, ਬਾਲ ਜਵਾਨੀ ਔਰ ਬਿਰਧ ਫੁਨ 3 ਅਵਸਥਾ ਜਾਨ, ਉਹਦੇ ਤਾਂ ਹਰ ਇੱਕ ਨੇ ਮਰਨਾ ਹੈ। ਰਾਮ ਗਇਓ, ਰਾਵਣ ਗਇਓ, ਜਾਂ ਕੋ ਬਹੁ ਪਰਿਵਾਰ। ਫਿਰ ਅੰਮ੍ਰਿਤ ਕੀ ਹੈ? ਅੰਮ੍ਰਿਤ ਤੁਹਾਡੇ ਅੰਦਰ ਉਹ ਸਪਿਰਿਟ ਭਰ ਦਿੰਦਾ ਹੈ। ਗੁਰੂ ਨੂੰ ਆਪਾ ਸਮਰਪਣ ਕਰਕੇ ਤੁਸੀਂ ਮੌਤ ਦੇ ਡਰ ਤੋਂ ਬੇਖਬਰ ਹੋ ਜਾਂਦੇ ਹੋ, ਮੌਤ ਦਾ ਡਰ ਤੁਹਾਨੂੰ ਸਤਾਉਂਦਾ ਨਹੀਂ। ਤੇ ਉਹ ਅਵਸਥਾ ਜਿਹੜੀ ਆ ਉਹ ਅੰਮ੍ਰਿਤ ਹੈ ਕਿ ਜਦੋਂ ਤੁਸੀਂ ਮੌਤ ਤੋਂ ਜਿਹੜਾ ਹੈ ਉਹ ਬਿਲਕੁਲ ਬੇਖੌਫ ਹੋ, ਤੁਹਾਡੀ ਰੌਸ਼ਨ ਜ਼ਮੀਰ ਹੈ, ਤੁਹਾਡੀ ਜਾਗਦੀ ਜ਼ਮੀਰ ਹੈ। ਔਰ ਜਦੋਂ ਉਹਨਾਂ ਸ਼ਬਦਾਂ ਨੂੰ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਬਿਆਨ ਕੀਤਾ ਕਿ ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਮੰਨਦਾ, ਜ਼ਮੀਰ ਦਾ ਮਰ ਜਾਣਾ ਹੀ ਮੌਤ ਹੈ। ਹੁਣ 1000 ਸਾਲ ਤੋਂ ਉੱਥੇ ਧਰਤੀ ਦੇ ਲੋਕ ਜਿਹੜੇ ਅੱਜ ਬੜੇ ਫਖਰ ਦੇ ਨਾਲ ਇਹ ਕਹਾਉਂਦੇ ਨੇ ਕਿ ਜੀ ਗਰਭ ਸੇ ਕਹੋ ਕਿ ਹਮ ਹਿੰਦੂ ਹੈ, 1000 ਸਾਲ ਇਹਨਾਂ ਦਾ ਗਰਭ ਕਿੱਥੇ ਗਿਆ ਸੀ? ਔਰ ਇਹ ਇਹਨਾਂ ਨੇ ਸਰੈਂਡਰ ਕੀਤਾ ਹੋਇਆ ਸੀ ਦਿੱਲੀਸ਼ਵਰੋ ਈਸ਼ਵਰੋ, ਕਿ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ। ਔਰ ਜੋ ਵੀ ਉੱਥੋਂ ਆਜੜੀ ਆਉਂਦਾ ਸੀ ਅਫਗਾਨਿਸਤਾਨ ਚੋਂ ਨਿਕਲਦਾ ਸੀ, ਇੰਡਸ ਦਰਿਆ ਪਾਰ ਕੀਤਾ, ਜਾ ਕੇ ਸੋਮਨਾਥ ਮੰਦਿਰ ਤੱਕ ਪਹੁੰਚ ਜਾਂਦੇ ਸੀ, ਉਹਨਾਂ ਨੂੰ ਕੋਈ ਰੋਕਣ ਵਾਲਾ ਨਹੀਂ ਸੀ। ਪਰ ਜਦੋਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੀ ਬਦੌਲਤ ਉਸ ਧਰਤੀ ਦੇ ਉੱਤੇ ਔਰ ਇਸ 1699 ਈਸਵੀ ਦੀ ਵਿਸਾਖੀ ਨੂੰ ਮੁਕੰਮਲ ਤੌਰ ਤੇ ਖਾਲਸੇ ਦੇ ਰੂਪ 'ਚ ਉਹ ਬਲਕਾਰ ਮਨੁੱਖ ਜਿਹੜਾ ਆਤਮਿਕ ਤੌਰ ਤੇ ਨਿਰੰਕਾਰ ਨਾਲ ਜੁੜਿਆ ਹੋਇਆ ਸੀ, ਬੁੱਧ ਸੋ ਦੀਪਕ ਜਿਉਂ ਉਜਿਆਰੇ, ਉਹਦੀ ਬੁੱਧੀ ਸ਼ਾਈਨਿੰਗ ਲਾਈਕ ਦਾ ਕੈਂਡਲ ਲਾਈਟ ਸੀ, ਸਰੀਰਕ ਤੌਰ ਤੇ ਅਰੋਗ ਸੀ, ਔਰ ਜ਼ਾਤ ਪਾਤ ਊਚ ਨੀਚ ਇਹਨਾਂ ਸਾਰਿਆਂ ਨਾਲੋਂ ਦੂਰ ਬੇਖਬਰ ਉਸ ਧਰਤੀ ਦੇ ਉੱਤੇ ਅਕਾਲ ਪੁਰਖ ਦੀ ਫੌਜ ਦਾ ਸਿਪਾਹ ਸਲਾਰ ਸੀ। ਤੇ ਫਿਰ ਇਸ ਖਾਲਸੇ ਨੇ ਗੁਲਾਮੀ ਦੇ ਸੰਗਲ ਹੀ ਨਹੀਂ ਕੱਟੇ, ਉਸ ਧਰਤੀ ਦਾ ਖਮੀਰ ਬਦਲਿਆ। ਉਸ ਧਰਤੀ ਤੇ ਜਿੱਥੇ ਇਹੋ ਜਿਹੇ ਅਖਾਣ ਬਣ ਗਏ ਸਨ, ਖਾਦਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹ ਦਾ, ਉਸ ਨੂੰ ਬਦਲ ਕੇ ਉੱਥੇ ਖਾਲਸੇ ਦੀ ਗੱਲ ਹੋਈ। ਔਰ ਉਹ ਖਾਲਸਾ ਜਿਸ ਬਾਰੇ ਫਿਰ ਇਹ ਬੁੱਲੇ ਸ਼ਾਹ ਵਰਗਾ ਵੀ ਇਹ ਕਹਿਣ ਤੇ ਮਜਬੂਰ ਹੋਇਆ ਕਿ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਉਹ ਜਿਹੜੇ ਕਿ ਭੂਰਿਆਂ ਦੀ ਬੁੱਕੜ ਮਾਰਨ ਵਾਲੇ, ਘੋੜਿਆਂ ਦੀਆਂ ਕਾਠੀਆਂ ਨੂੰ ਘਰ ਬਣਾਉਣ ਵਾਲੇ, ਮੁੱਠੀ ਮੁੱਠੀ ਪਰ ਛੋਲਿਆਂ ਤੇ ਗੁਜ਼ਾਰਾ ਕਰਨ ਵਾਲੇ ਸਨ, ਫਕੀਰ ਕਿਸਮ ਦੇ ਲੋਕ, ਉਹਨਾਂ ਨੇ ਧਰਤੀ ਦਾ ਖਮੀਰ ਬਦਲਿਆ। ਬਾਦਸ਼ਾਹਤ ਜਿਹੜੀ ਹੈ ਉਹ ਲੋਕਾਂ ਨੂੰ ਮਿਲੀ ਔਰ ਮੁਗਲਾਂ ਨੂੰ ਕੌੜਾ ਘੁੱਟ ਭਰਨਾ ਪਿਆ। ਔਰ ਉਸ ਸਾਰੇ ਵਾਕਿਆ ਨੂੰ ਜਿਹੜਾ ਕਿ ਉਸ ਖੈਮੇ ਦੇ ਅੰਦਰ, ਉਸ ਤੰਬੂ ਦੇ ਅੰਦਰ ਹੁੰਦਾ ਔਰ ਕਿਸ ਕਿਸਮ ਦਾ ਜਿਹੜਾ ਵਰਤਾਰਾ ਹੈ, ਉਸ ਵੇਲੇ ਇੱਕ ਜਿਹੜੇ ਬੜੇ ਪਪੂਲਰ ਸ਼ਾਇਰ ਹੋਏ ਲੇਟਰ ਔਨ, ਉਹਨਾਂ ਦੀ 18ਵੀਂ ਸਦੀ 'ਚ ਵੀ
ਕੋਟ ਹੁੰਦਾ ਹੈ, ਉਹਨਾਂ ਦੀ ਇੱਕ ਨਜ਼ਮ ਹੈ ਬ੍ਰਜ ਭਾਸ਼ਾ ਚ, ਔਰ ਉਹਦੇ ਸ਼ਬਦ ਨੇ ਕਿ लेके हाथ में तेग बरहना, बरहना होता है प्यासी जी, कलगीधर जी आते हैं, रोब चेहरे पर दमके ऐसा, देख शेर बल खाते हैं, प्रेम त्योरी मस्तक पर है, आंखें मत वाली हैं लाल, गर्ज शेर की मानंद सतगुर मुख से यूं फरमाते हैं, है कोई ऐसा सिख गुरु का शीस जो हमको दे भेटा, पेखी परमी कच्चे पिल्ले सारे दौड़े जाते हैं, उस वक्त सब संगत में से एक सिख आच आ लपका गुर चरणों में, उसको हस्त पकड़कर सतगुर तंबू में ले जाते हैं। इस तरह सब संगत में से सिख गुरु के निकले 5, उनको दस्ते मुबारक से गुरु आबे हयात पिलाते हैं, मुबारक हत्थां दे नाल। और नानक चंद नाल जिहड़े लंबा वक्त एक प्रभात अखबार उर्दू दी निकलदी सी, लाहौर तो अकालियां दी सी जी, उस दे एडिटर है, उन्हां ने जिहड़े भी उस वेले दे होर अवेलेबल एविडेंस सी उन्हां ते आधार बना के एक उन्हां ने उर्दू दे विच उस वाकिया नूं बयानिया, जिहड़ा साडे मित्र डॉक्टर जीत सिंह उन्हां नूं बहुत पसंद हुंदा है। और मैं भी समझदा कि भी कुछ चीज़ां जिहड़ियां नज़मी रूप दे विच कहीआं जांदियां ने उन्हां दा एक अपना इंपैक्ट हुंदा है। सो उस नज़म दा आधार यही है कि भाई मन आंकनू बेआफजाले पुरुष अकाल, कुनम से आब आहन चुना बर्गशाल, जो लोहे के बर्तन में पानी भरा तो पानी में लोहे का खंडा धरा, हिलाया जो वो खंडा मैंने जरा तो पानी में लोहे का जहर घुला, नजर आए कतरे मचलते हुए, उभरते हुए और उछलते हुए, एक एक कतरा दरियाए जोशो खरोश, एक एक तूफान महशर बदोश, एक एक मौज में नहर आए इनकलाब, एक एक मौज में जराए आफताब। जब इन कतरों पे मैंने डाली नजर तो देखा शजायत का उनमें असर, हर एक कतरा जलवाए जिंदगी, हर एक कतरा में नूर ताबंदगी, हवेदा हुए जिंदगी के नुकात। ये था आबे आहन के आबे हयात, इस अमृत से बरसात चमन में शगुफ्ता हुआ फूल फूल, गई मुर्दनी ताजा कलियों को भूल, इस अमृत से बरसात होने लगी, मुहंग अफसरदा कलियों के धोने लगी। इस अमृत से एक बूंद चिड़िया ने पी, पकड़ ली उस जुबां शाहबाज की। एक चिड़ी ने उस एक बूंद नूं पी के शाहीबाज दी जबान पकड़ी। और ये समा नहीं है मैं इनू पूरा एक्सप्लेन करा, पर ये जिंदगी दे नुकात, ये आबे आहन, ये उस चमन दे विच आई तब्दीली और गई मुर्दनी ताज़ा कलियों को भूल। एक ऐसा ताज़ापन आया समाज दे विच, एक ऐसे ताज़ा विचारां ने समाज नूं रुशनाया कि मुर्दे हान खत्म हो गई। चार चफेरे जिहड़ी है इस अमृत दे नाल वो बरसात हुई कि जिसने मुर्दे हान दा मूँह धो के रख दिता है। और उस धरती दे उत्ते वो लोग जिन्हां दे कोल जिहड़े हवेदा हुए जिंदगी के नुकात, जिहड़े जिंदगी दे नुकते ने, ये रिवील हुए। और यही आबे हयात सी जिसने नूर ता बंदगी, वो बंदगी वाले, वो नूर वाले और वो हौसले वाले कि इस अमृत से एक बूंद चिड़िया ने पी, पकड़ ली उस जुबान शाहबाज की, शाहीबाज दी जबान फड़न दा हौसला। और यही है जदों असीं गुरु कलगीधर पातशाह नाल ये जोड़ के उन्हां नूं याद करते हैं, उन्हां दा ये फरमान कि चिड़ियों से मैं बाज तोड़ाऊं। हुण जदों तुसीं देखदे हो कि बाज आसमान दा बादशाह है और सारे पंछी उस तो डरदे ने। और वो जिहड़ा समुंदर दा बादशाह मगरमच्छ है, धरती दा बादशाह है, जिहड़ा जंगल दा वो शेर है। ते हुण सिख वो पैदा हुंदा है जिस दे नां नाल ही शेर लगा होया है, वो सिंह है, ਸਿੰਘਣੀ है, कौर है, प्रिंस है।
ਤੇ ਫਿਰ ਹੁਣ ਜਿਵੇਂ ਨਿਹੰਗ ਸ਼ਬਦ ਬੇਸ਼ੱਕ ਨਿਰਭਉ ਦੀ ਸੈਂਸ ਜਾਂ ਮੋਹ ਤੋਂ ਰਹਿਤ ਲਈ ਇਸਤੇਮਾਲ ਹੁੰਦਾ ਹੈ, ਫਾਰਸੀ ਦੇ ਵਿੱਚ ਨਿਹੰਗ ਮਗਰਮੱਛ ਨੂੰ ਕਹਿੰਦੇ ਨੇ। ਹੁਣ ਮਗਰਮੱਛ ਜਿਹੜਾ ਹੈ ਉਹ ਸਮੁੰਦਰ ਦਾ ਬਾਦਸ਼ਾਹ ਹੈ, ਕੌਣ ਦੇ ਸਾਹਮਣੇ ਸਬੂਤਾ ਨਿਕਲ ਜਾਂਦਾ। ਤੇ ਜਦੋਂ ਅਸੀਂ ਬਾਜ ਦੀ ਗੱਲ ਕਰਦੇ ਹਾਂ, ਗੁਰੂ ਕਲਗੀਧਰ ਪਾਤਸ਼ਾਹ ਨੂੰ ਅਸੀਂ ਯਾਦ ਕਰਦੇ ਹਾਂ, ਕਲਗੀਆਂ ਵਾਲਾ ਬਾਜਾਂ ਵਾਲਾ ਕਹਿੰਦੇ। ਸੋ ਜਿਹੜਾ ਖੌਫ ਹੈ, ਹਰ ਪੰਛੀ ਬਾਜ ਤੋਂ ਡਰਦਾ, ਤੇ ਇੱਥੇ ਬਾਜਾਂ ਵਾਲੇ ਦੇ ਅਸੀਂ ਸਿੱਖ ਹੈ ਬੇਖੌਫ। ਹਰ ਕੋਈ ਸ਼ੇਰ ਤੋਂ ਡਰਦਾ ਕਿ ਉਹ ਜੰਗਲ ਦਾ ਬਾਦਸ਼ਾਹ ਹੈ, ਪਰ ਇੱਥੇ ਕੱਲਾ ਕੱਲਾ ਸ਼ੇਰ ਹੈ ਜੂਝਣ ਵਾਲਾ। ਔਰ ਜਿਸ ਕਦਰ ਜਦੋਂ ਅਸੀਂ ਨਿਹੰਗ ਦੀ ਗੱਲ ਕਰਦੇ ਹਾਂ, ਗੁਰਬਾਣੀ ਦੇ ਵਿੱਚ ਇਸ ਦਾ ਜ਼ਿਕਰ ਹੈ, ਇੱਕ ਤੁਕ ਹੈ ਸ਼ਾਇਦ ਕਬੀਰ ਸਾਹਿਬ ਦੀ, ਨਿਰਭਉ ਹੋਏ ਸੇ ਭੈ ਨਿਹੰਗਾ, ਕਿ ਜਿਹੜਾ ਨਿਰਭਉ ਹੋ ਗਿਆ, ਜਿਹੜਾ ਡਰ ਤੋਂ ਪਰੇ, ਔਰ ਜਿਹੜੇ ਦੁਸ਼ਮਣ ਦੀਆਂ ਇਸ ਕਿਸਮ ਦੀ ਜਿਹੜੀਆਂ ਜਾਨ ਨਿਸਾਰ ਸੀ, ਜਿਹੜੇ ਆਪਣੇ ਕੁਰਬਾਨ ਹੋਣ ਵਾਲੇ, ਤੇ ਇਧਰ ਉਹ ਨਿਹੰਗ ਜਿਹੜੇ ਸਿਰ ਤੋਂ ਪੈਰਾਂ ਤੱਕ ਆਰਮ ਟੂ ਦਾ ਟੀਥ ਸੀ, ਔਰ ਉਹਨਾਂ ਦਾ ਚਾਅ ਹੀ ਇਹ ਸੀ ਵੀ ਸ਼ਹੀਦ ਹੋਣਾ, ਭਾਵੇਂ ਉਹ ਗ੍ਰਸਤੀ ਸਨ ਜਾਂ ਬੇਹੰਗਮ ਸਨ। ਉਹਨਾਂ ਦਾ ਸਾਰਾ ਦਿਨ ਹੀ ਜਿਹੜਾ ਹੈ ਸ਼ਸਤਰ ਅਭਿਆਸ ਔਰ ਸ਼ਹੀਦੀ ਦੇ ਚਾਅ 'ਚ ਜਿਹੜਾ, ਔਰ ਅਲਟੀਮੇਟਲੀ ਜੇ ਅਸੀਂ ਸਿੱਖ ਰਾਜ ਦੀਆਂ ਜਿੱਤਾਂ ਵੱਲ ਦੇਖੀਏ ਤੇ ਅਕਾਲੀ ਫੂਲਾ ਸਿੰਘ ਦੀ ਕਮਾਂਡ ਥੱਲੇ ਉਸ ਖਾਲਸਾਈ ਬਾਣੇ ਨਾਲ ਲੈਸ ਔਰ ਅੰਦਰ ਨਾਲ ਜੁੜੇ ਹੋਏ, ਇਹ ਮੰਦੇ ਭਾਗਾਂ ਦੀ ਗੱਲ ਹੈ ਕਿ ਅੰਗਰੇਜ਼ੀ ਰਾਜ ਆਉਣ ਤੋਂ ਬਾਅਦ ਉਹਨਾਂ ਨੇ ਬੜੇ ਸਿਸਟਮੈਟਿਕ ਤਰੀਕੇ ਨਾਲ ਨਿਹੰਗਾਂ ਨੂੰ ਚੁਣ ਕੇ ਵੀ ਮਾਰਿਆ, ਫਿਰ ਇਹ ਭੰਗ ਲਿਆ ਕੇ ਵਿੱਚ ਵਾੜ ਦਿੱਤੀ। ਹੁਣ ਤਾਂ ਬਹੁਤ ਸਾਰਾ ਉਸ ਕਿਸਮ ਦਾ ਭੰਗੀ ਸਿਸਟਮ ਹੈ, ਪਰ ਫਿਰ ਵੀ ਜਦੋਂ ਤੁਸੀਂ ਇੱਕ ਪਰੰਪਰਾ ਦੇ ਨਾਲ ਦੇਖਦੇ ਹੋ, ਹੋਲੇ ਮਹੱਲੇ ਦੇ ਮੌਕੇ ਅੱਜ ਵੀ ਕੁਝ ਚੀਜ਼ਾਂ ਪਰੰਪਰਾ, ਘੋੜਸਵਾਰੀ, ਗੱਤਕੇ ਔਰ ਦੂਸਰੇ ਜਿਹੜੇ ਸ਼ਸਤਰ ਅਭਿਆਸ ਨੇ, ਉਹ ਤੁਹਾਨੂੰ ਇੱਕਦਮ ਫਿਰ 300 ਸਾਲ ਪਹਿਲਾਂ ਦੇ ਉਸ ਅਨੰਦਪੁਰ ਨਾਲ ਜੋੜ ਦਿੰਦੇ ਨੇ, ਜਿਸ ਅਨੰਦਪੁਰ ਦੀ ਨਗਰੀ 'ਚ ਕਿਤੇ ਭਾਈ ਨੰਦ ਲਾਲ ਪਾਣੀ ਦੀ ਮਸ਼ਕ ਚੁੱਕੀ, ਸੱਜਣ ਤੇ ਦੁਸ਼ਮਣ ਸਭ ਨੂੰ ਜਲ ਛਕਾ ਰਹੇ ਨੇ, ਕਿਤੇ ਭਾਈ ਨੰਦ ਲਾਲ ਆਪਣੀ ਕਲਮ ਲੈ ਕੇ ਬੰਦਗੀ ਨਾਮਾ, ਜ਼ਿੰਦਗੀ ਨਾਮਾ, ਜ਼ਿੰਦਗੀ ਦੇ ਉਹ ਨੁਕਤੇ ਜਿਹੜੇ ਨੇ ਫਾਰਸੀ ਦੇ ਵਿੱਚ ਬਿਆਨ ਕਰ ਰਹੇ ਨੇ, ਤੇ ਕਿਤੇ ਭਾਈ ਬਚਿੱਤਰ ਸਿੰਘ ਵਰਗੇ ਉਹ ਯੋਧੇ ਜਿਹੜੇ ਕਿ ਮਸਤ ਨਾਗਣੀ ਦੇ ਨਾਲ, ਉਸ ਜਿਹੜੀ ਬਰਛਾ ਨਾਗਣੀ ਬਰਛਾ ਹੁੰਦਾ ਹੈ ਜਿਹੜਾ ਅੱਜ ਵੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਸੁਭਾਇਮਾਨ ਹੈ, ਜਿਹਦੇ ਨਾਲ ਉਹਨਾਂ ਨੇ ਮਸਤ ਹਾਥੀ ਜਿਹੜਾ ਸ਼ਰਾਬ ਪਿਆ ਕੇ ਜਿਹਨੂੰ ਲਿਆਂਦਾ ਹੈ ਕਿ ਉਹ ਕਿਲੇ ਦਾ ਦਰਵਾਜ਼ਾ ਤੋੜੇਗਾ, ਪਿੱਛੇ ਉਹਨਾਂ ਦੇ ਪਹਾੜੀਆਂ ਦੀ ਫੌਜ ਹੈ, ਫਿਰ ਉਹ ਅੰਦਰ ਵੜ ਕੇ ਜਿਹੜਾ ਕਤਲੇਆਮ ਕਰਨਗੇ। ਲੇਕਿਨ ਇੱਥੇ ਉਹ ਯੋਧੇ ਨੇ ਜਿਨ੍ਹਾਂ ਦਾ ਗੁਰੂ ਤੇ ਇਸ ਔਰ ਇਹ ਜਿਹੜੀ ਖਾਲਸੇ ਦੀ ਸ਼ਕਤੀ ਹੈ, ਔਰ ਇਹ ਜਦੋਂ ਤੱਕ ਗੁਰੂ ਤੇ ਸਿੱਖ ਦਾ ਇਹ ਰਿਸ਼ਤਾ ਕਾਇਮ ਹੈ ਜੀ, ਔਰ ਗੁਰੂ ਕਲਗੀਧਰ ਪਾਤਸ਼ਾਹ ਦਾ ਇਹ ਫਰਮਾਨ ਹੈ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਵਿਪਰ ਬੱਬੇ ਨਾਲ ਹੈ ਬ੍ਰਾਹਮਣਵਾਦ। ਜੇ ਹੁਣ ਅਸੀਂ ਮੰਤਰ ਜੰਤਰ ਤੰਤਰ ਲੱਭਣਾ ਹੈ, ਕਾਲਾ ਜਾਦੂ ਕਰਨਾ ਹੈ, ਟੂਣੇ ਕਰਨੇ ਨੇ, ਜੋਤਸ਼ੀਆਂ ਦੇ ਜਾਣਾ ਹੈ, ਮੰਦਰਾਂ 'ਚ ਟੱਲ ਖੜਕਾਣੇ ਨੇ, ਪੀਰਾਂ ਦੀਆਂ ਕਬਰਾਂ ਤੇ ਜਾ ਕੇ ਹਰੀਆਂ ਚਾਦਰਾਂ ਰੱਖਣੀਆਂ, ਕਿਤੇ ਕਿਸੇ ਨੇ ਕਹਿ ਦਿੱਤਾ ਫਲਾਣੀ ਥਾਂ ਫਲਾਣਾ ਬਾਬਾ ਆ ਗਿਆ, ਉਹ ਡਾਂਗ ਮਾਰਦਾ, ਬਿਮਾਰੀ ਦੂਰ ਹੋ ਜਾਂਦੀ, ਉੱਥੇ ਡਾਂਗ ਖਾਣ ਚਲੇ ਗਏ, ਕਿਤੇ ਆ ਗਿਆ ਕਿ ਫਲਾਣਾ ਬਾਬਾ ਥੁੱਕਦਾ ਤੇ ਉਹਦੇ ਨਾਲ ਠੀਕ ਹੋ ਜਾਂਦਾ, ਉਧਰ ਚਲੇ ਜਾਂਦੇ ਨੇ। ਇੱਕੋ ਦਿੱਲੀ ਦੇ ਨੇੜੇ ਇੱਕ ਬਾਬਾ ਜਿਹੜਾ ਸੀ, ਉਹਦੇ ਥੱਲੇ ਸੀ ਕਿ ਜੀ ਉਹ ਜਿਹਦੇ ਸਿਰ ਤੇ ਪੈਰ ਰੱਖਦੇ ਉਹ ਠੀਕ ਹੋ ਜਾਂਦਾ। ਤੇ ਆ ਬੂਟਾ ਸਿੰਘ ਮਿਨਿਸਟਰ ਹੁੰਦਾ ਸੀ ਸੈਂਟਰ ਦਾ, ਉਹਦੀ ਫੋਟੋ ਆਈ ਬਾਹਰ ਕਿ ਉਹ ਪੱਗ ਦੇ ਨਾਲ ਖੜਾ, ਉੱਤੇ ਬੈਠਾ, ਉਹਦੇ ਸਿਰ ਦੇ ਉੱਤੇ ਪੱਗ ਤੇ ਉਹਨੇ ਪੈਰ ਰੱਖਿਆ। ਸੋ ਮਤਲਬ ਹੁਣ ਇੱਕ ਪਾਸੇ ਉਹ ਕਲਾਸ ਹੈ ਜਿਸ ਨੇ ਬਿਲਕੁਲ ਜਿਹੜਾ ਉਹ ਇਸ ਫੇਥ ਨਾਲੋਂ ਟੁੱਟੇ ਹੋਏ ਨੇ। ਆ ਹੁਣ ਵੀ ਆਪਣੇ ਗੁਰਦੁਆਰਿਆਂ 'ਚ ਦੇਖੋ, ਮੰਗਲਵਾਰ ਹੋਏ, ਸ਼ਨੀਚਰਵਾਰ ਹੋਏ, ਕਾਲੇ ਮਾਵਾਂ ਦਾ ਢੇਰ ਲੱਗਾ ਹੁੰਦਾ, ਕੋਈ ਹੋਰ ਹੁੰਦਾ। ਉਹ ਤਾਂ ਨਹੀਂ ਹੈ ਵੀ ਮਾਂ ਲੰਗਰ ਲਈ ਲਿਆਏ ਨੇ, ਉਹ ਜੋਤਸ਼ੀਆਂ ਨੇ ਕਿਹਾ ਹੋਇਆ ਕਿ ਭਾਈ ਆ ਕਰਕੇ ਫਲਾਣੇ ਦਿਨ ਤੁਸੀਂ ਕਿਸੇ ਗੁਰਦੁਆਰੇ ਚਲੇ ਜਾਓ ਤੁਸੀਂ। ਸੋ ਜੇ ਹੁਣ ਇਹ ਵਿਪਰਨ ਕੀ ਰੀਤ ਹੈ, ਜੇ ਅਸੀਂ ਕਹੀਏ ਜੀ ਗੁਰੂ ਦੀ ਕਲਾ ਕਿਵੇਂ ਵਾਪਰੇ, ਗੁਰੂ ਨੂੰ ਜਦੋਂ ਆਪਾ ਦਿੰਦੇ ਆ 1.25 ਲੱਖੀ ਸਪਿਰਿਟ, ਫਿਰ ਸਿੱਖ ਨਹੀਂ ਲੜਦਾ, ਫਿਰ ਗੁਰੂ ਲੜਦਾ। ਔਰ ਇਹ ਜਦੋਂ ਬੋਲੇ ਸੋ ਨੇ ਹਾਲ ਸਤਿ ਸ੍ਰੀ ਅਕਾਲ ਜੰਗ ਦੇ ਮੈਦਾਨ 'ਚ ਗੂੰਜਦੇ, ਤੇ ਜਿਹੜਾ ਸਿੱਖਾਂ ਦਾ ਇਤਿਹਾਸ ਹੈ, ਜੇ ਤੁਸੀਂ ਜਿਹੜੇ ਉਸ ਦਾ ਹਿੱਸਾ ਰਹੇ ਨੇ ਉਹਨਾਂ ਨੂੰ ਦੇਖੋ, ਤੇ ਉਹ ਇੱਕ ਸਪਿਰਿਟ ਹੈ। ਫਿਰ ਤੁਹਾਡੀ ਆਪਣੀ ਸਪਿਰਿਟ ਨਹੀਂ ਹੁੰਦੀ। ਜਦੋਂ ਤੱਕ ਆਪਣੀ ਤਾਕਤ ਤੇ ਮਾਣ ਹੈ, ਫਿਰ ਉਹ ਦੁਨੀ ਚੰਦ ਵਾਂਗੂ ਮਸਤ ਹਾਥੀ ਦਾ ਸੁਣ ਕੇ ਕੰਧ ਟੱਪ ਕੇ ਲੱਤ ਤੋੜਾਉਣ ਵਾਲੀ ਗੱਲ ਹੋਏਗੀ, ਤੇ ਸੱਪ ਦੇ ਡੰਗਣ ਨਾਲ ਮੌਤ ਦੀ ਕਹਾਣੀ ਹੋਏਗੀ। ਤੇ ਜੇ ਗੁਰੂ ਦੇ ਉੱਤੇ ਸਦਕ ਭਰੋਸਾ ਹੈ, ਫਿਰ ਬਚਿੱਤਰ ਸਿੰਘ ਹੋਣਗੇ, ਕੱਦ ਵੀ ਛੋਟਾ ਹੈ, ਇੱਕ ਨਾਗਣੀ ਬਰਛੇ ਨਾਲ ਹਾਥੀ ਦੇ ਸਾਹਮਣੇ ਕਰ ਦਿੱਤਾ ਤੇ ਉਹ ਹਾਥੀ ਨੂੰ ਭਜਾ ਕੇ ਆਉਂਦਾ। ਔਰ ਇਹ ਜਿਹੜਾ ਫੇਥ ਹੈ, ਮੈਂ ਸਮਝਦਾ ਵੀ ਅੱਜ ਜਦੋਂ ਅਸੀਂ
ਇਸ ਮੁਬਾਰਕ ਦਿਨ ਨੂੰ ਯਾਦ ਕਰ ਰਹੇ, ਗੁਲਾਮੀ ਦੇ ਸੰਗਲ ਕੱਟਣੇ। ਔਰ ਅੱਜ ਕੱਲ ਵੀ ਅਸੀਂ ਟ੍ਰਿਬਿਊਟ ਦਿੱਤੀ ਸੀ ਇਹਨਾਂ 3 ਦਹਾਕਿਆਂ ਦੇ ਉਹਨਾਂ ਬਹਾਦਰ ਯੋਧਿਆਂ ਨੂੰ, ਸਿੰਘਣੀਆਂ ਨੂੰ, ਜਿਨ੍ਹਾਂ ਨੇ ਆਪਣੇ ਸਰੀਰਾਂ ਦੇ ਨਜ਼ਰਾਨੇ ਗੁਰੂ ਨੂੰ ਭੇਟ ਕੀਤੇ ਨੇ। ਕਿਉਂਕਿ ਖਾਲਸਾ ਔਰ ਸਬਜੂਗੇਸ਼ਨ ਇਹ ਨਾਲ ਨਾਲ ਨਹੀਂ ਚੱਲਦੇ। ਔਰ ਇਹ ਗੱਲ ਗੁਰੂ ਤੇਗ ਬਹਾਦਰ, ਇਹ ਗੱਲ, ਔਰ ਇਹ ਸਿਰਫ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਜੋੜ ਕੇ ਜੇ ਅਸੀਂ ਗੱਲ ਕਰਾਂਗੇ ਫਿਰ ਇਹ ਲੱਗੇਗਾ ਜੀ ਜਿਵੇਂ ਪਹਿਲੇ 9 ਗੁਰੂ ਸਾਹਿਬਾਨ ਦੀ ਫਿਲਾਸਫੀ ਕੋਈ ਡਿਫਰੈਂਟ ਹੋਏ। ਹੁਣ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ, ਜਿਨ੍ਹਾਂ ਦੀ ਬਾਣੀ 'ਚ ਅਸੀਂ ਸਭ ਤੋਂ ਜ਼ਿਆਦਾ ਵੈਰਾਗ ਮੰਨਦੇ ਹਾਂ, ਜਿਉਂ ਤੁਸੀਂ ਪੜ੍ਹਦੇ ਹੋ ਕਈ ਵਾਰ ਸੰਸਾਰ ਛੱਡਣ ਨੂੰ ਜੀ ਕਰਦਾ ਵੀ ਕੀ ਹੈ, ਲੇਕਿਨ ਉਹ ਯਾਦ ਕਰਵਾਉਂਦੇ ਨੇ, ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਕਹੋ ਨਾਨਕ ਇਹ ਜਗਤ ਮੈਂ ਗਿਆਨੀ ਤਾਹੇ ਬਖਾਨ। ਕਿ ਗਿਆਨੀ ਕਹਾਣ ਦਾ, ਸੰਤ ਕਹਾਣ ਦਾ, ਬ੍ਰਹਮ ਗਿਆਨੀ ਕਹਾਣ ਦਾ, ਸਿੱਖ ਕਹਾਣ ਦਾ, ਅਧਿਆਤਮਵਾਦੀ ਕਹਾਣ ਦਾ ਹੱਕ ਉਹਨੂੰ ਹੀ ਹੈ। ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਜਿਹੜਾ ਨਾ ਕਿਸੇ ਨੂੰ ਡਰ ਦਿੰਦਾ ਨਾ ਕਿਸੇ ਦਾ ਡਰ ਮੰਨਦਾ। ਹੁਣ ਜਿਹੜਾ ਰਜੀਮ, ਜਿਹੜਾ ਸਿਸਟਮ ਤੁਹਾਨੂੰ ਡਰ ਦੇ ਵਿੱਚ ਰੱਖਿਆ, ਅੱਜ ਭਾਰਤ ਦੇ ਵਿੱਚ ਕੀ ਚੱਲ ਰਿਹਾ ਜੀ? ਹਰ ਇੱਕ ਦੇ ਸਿਰ ਦੇ ਉੱਤੇ ਤਲਵਾਰ ਰੱਖੀ ਹੋਈ ਹੈ ਕਿ ਭਾਰਤ ਮਾਤਾ ਕੀ ਜੈ ਕਹੋ। ਜੇ ਨਹੀਂ ਕਹਿੰਦੇ ਫਿਰ ਉਹ ਕੋਈ ਲਿੰਚ ਕਰਕੇ ਦਰਖਤ ਤੇ ਲਟਕਾਇਆ ਹੁੰਦਾ, ਕਿਸੇ ਦਾ ਕੁਛ ਕੀਤਾ ਹੁੰਦਾ ਵੀ ਆਹ ਤੁਸੀਂ ਨਾਰਾ ਲਾਓ, ਇਹ ਤੁਸੀਂ ਖਾਣਾ, ਇਹ ਨਹੀਂ ਖਾਣਾ, ਇਹ ਤੁਸੀਂ ਕਰਨਾ, ਇਹ ਹੋਰ ਕੀ ਹੈ? ਔਰੰਗਜ਼ੇਬੀ ਨੀਤੀ ਕੀ ਸੀ? ਆਮ ਲੋਕ ਤਾਂ ਉਦੋਂ ਵੀ ਜ਼ਿੰਦਗੀ ਜੀ ਜਾਂਦੇ ਸੀ। ਔਰ ਜਿਹੜਾ ਖਾਲਸੇ ਦਾ ਕਨਸੈਪਟ ਸੀ ਉਹ ਸੀ ਕਿ ਭਾਈ ਭੈ ਨੂੰ ਨਹੀਂ ਮੰਨਣਾ ਔਰ ਭੈ ਮੁਕਤ ਸਮਾਜ ਨੂੰ ਸਿਰਜਣਾ। ਜਦੋਂ ਅਸੀਂ ਡੈਮੋਕ੍ਰੇਸੀਜ਼ ਦੀ ਗੱਲ ਕਰਦੇ ਹਾਂ, ਲੋਕਤੰਤਰ ਦੀ ਗੱਲ ਕਰਦੇ ਹਾਂ, ਜਾਂ ਅਮਰੀਕਾ ਕੈਨੇਡਾ ਵਰਗੇ ਮੁਲਕਾਂ ਨੂੰ ਅਸੀਂ ਚੁਣੇ ਜੀ ਇਸ ਲਈ ਕਿਉਂਕਿ ਸਾਨੂੰ ਇੱਥੇ ਹੈ ਵੀ ਅਸੀਂ ਭੈ ਮੁਕਤ ਹੋ ਕੇ ਮਿਹਨਤ ਦੇ ਨਾਲ ਕਿਰਤ ਕਰਕੇ ਆਪਣਾ ਜੀਵਨ ਬਸਰ ਕਰ ਸਕਦੇ ਔਰ ਭ੍ਰਸ਼ਟਾਚਾਰ ਮੁਕਤ ਸਮਾਜ। ਸੋ ਜਿਹੜੀ ਸਿੱਖੀ ਦੀਆਂ ਮੂਲ ਵੈਲਿਊਜ਼ ਨੇ ਖਾਲਸੇ ਦੀਆਂ, ਉਹ ਕੋਈ ਇੱਕ ਦਿਨ 'ਚ ਨਹੀਂ ਲਿਖੀਆਂ ਗਈਆਂ। ਇਹ 230 ਸਾਲ ਦੀ ਲਗਾਤਾਰਤਾ ਸੀ ਗੁਰੂ ਨਾਨਕ ਸਾਹਿਬ ਦੇ ਉਸ ਵਿਚਾਰਧਾਰਾ ਤੋਂ ਲੈ ਕੇ, ਜਿਸ ਨੂੰ ਫਿਰ 10ਵੇਂ ਪਾਤਸ਼ਾਹ ਨੇ ਫਾਈਨਲ ਰੂਪ ਦੇ ਕੇ ਖਾਲਸੇ ਦੇ ਜ਼ਿੰਮੇ ਲਾਇਆ ਕਿ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ ਜੀ। ਪ੍ਰੋਟੈਕਟਰ ਆਫ ਦਾ ਡਾਊਨ ਟ੍ਰੋਡਨ, ਉਸ ਨੂੰ ਖਾਲਸਾ ਪ੍ਰਤਪਾਲੇਗਾ ਔਰ ਟਾਇਰੈਂਟਸ ਨੂੰ, ਜ਼ਾਲਮ ਨੂੰ ਸਜ਼ਾ ਦੇਗਾ। ਇਹ ਮੂਲ ਤੌਰ ਦੇ ਉੱਤੇ ਖਾਲਸੇ ਦਾ ਕਨਸੈਪਟ ਹੈ। ਔਰ ਅੱਜ ਬਹੁਤ ਸਾਰੀਆਂ ਥਾਵਾਂ ਤੇ ਕੱਲ ਸੈਲੀਬ੍ਰੇਟ ਹੋਇਆ, ਕੁਛ ਅੱਜ ਹੋ ਰਿਹਾ, ਐਤਵਾਰ ਨੂੰ ਵੀ ਹੋਏਗਾ ਸਾਰੇ ਪਾਸੇ ਇਸ ਸੈਲੀਬ੍ਰੇਸ਼ਨ ਦੀ ਗੱਲ। ਪਰ ਮੈਂ ਸਮਝਦਾ ਵੀ ਇਸ ਨੂੰ ਮਹਿਜ਼ ਇੱਕ ਮੱਥਾ ਟੇਕ ਕੇ ਗੁਰੂ ਘਰ 'ਚ ਜਾ ਕੇ ਤੇ ਆਪਣੇ ਬੱਚਿਆਂ ਦੀ ਸੁੱਖ ਸਾਂਦ ਮੰਗਣ ਤੱਕ ਹੀ ਜਿਹੜਾ ਜਾਂ ਵੱਡਾ ਘਰ ਮੰਗ ਲਿਆ ਜੀ, ਹੁਣ 2 ਲੱਖ ਵਾਲਾ, ਮਿਲੀਅਨ ਵਾਲਾ ਬਾਬਾ ਜੀ ਦੇ ਦਿਓ, ਇੱਥੋਂ ਤੱਕ ਮਹਿਦੂਦ ਨਾ ਰੱਖੀਏ। ਜਦੋਂ ਅਸੀਂ ਅਰਦਾਸ ਵੀ ਇਹ ਸ਼ਬਦ ਦੁਹਰਾਉਂਦੇ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਔਰ ਇਹ ਪੰਥ ਦੀ ਅਸੀਂ ਰੱਛਿਆ ਔਰ ਰਿਆਇਤ ਮੰਗਦੇ ਹਾਂ, ਖਾਲਸੇ ਦੀ ਮੰਗਦੇ ਹਾਂ, ਕਿਉਂਕਿ ਗੁਰੂ ਖਾਲਸੇ ਦੇ ਵਿੱਚ ਹੈ ਔਰ ਖਾਲਸਾ ਉਹ ਕਲੈਕਟਿਵ ਬਾਡੀ ਹੈ ਜਿਹੜੀ ਕਿ ਅੱਜ 30 ਮਿਲੀਅਨ ਸਿੱਖ ਨੇਸ਼ਨ ਆਪਣੀ ਆਜ਼ਾਦ ਹਸਤੀ, ਆਪਣੇ ਆਜ਼ਾਦ ਮੁਲਕ ਦਰਿਆਏ ਜਮਨਾ ਤੋਂ ਵਾਘਾ ਤੱਕ ਉਸ ਨੂੰ ਇੰਡੀਅਨ ਆਰਮੀ ਜੈਕ ਬੂਟ ਤੋਂ ਲਿਬਰੇਟ ਕਰਾਉਣ ਦੇ ਲਈ ਜੂਝ ਰਹੇ। ਐਕਟੀਵਿਟੀਜ਼ ਨੇ ਸਾਰੇ ਪਾਸੇ, ਲੇਕਿਨ ਅੱਜ ਦੇ ਪੀਰੀਅਡ ਜਿੱਥੇ ਅਸੀਂ ਗੁਰੂ ਚਰਨਾਂ ਦੇ ਨਾਲ ਜੁੜੀਏ ਜਿਹੜੇ, ਔਰ ਮੈਂ ਇਹ ਸਮਝਦਾ ਕਿ ਅੰਮ੍ਰਿਤ ਛਕਣਾ ਕੋਈ ਇਸ ਨੂੰ ਇਸ ਕਿਸਮ ਦਾ ਨਾ ਬਣਾ ਲਿਆ ਜਾਏ ਕਿ ਭਾਈ ਪਤਾ ਨਹੀਂ ਕਿਹੜਾ ਪਾਬੰਦੀਆਂ ਵਾਲਾ ਜੀਵਨ ਸ਼ੁਰੂ ਹੋ ਜਾਣਾ ਹੈ, ਕਿਉਂ ਜਿਹਾ ਜੀਵਨ। ਇਹ ਕਮਿਟਮੈਂਟ ਹੈ, ਗੁਰੂ ਨੂੰ ਆਪਾ ਦੇਣਾ ਤੇ ਗੁਰੂ ਦਾ ਫਿਰ ਇਹ ਕਹਿਣਾ ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜਗ ਤੇਰਾ ਹੋਏ। ਫਿਰ ਜਿਹੜਾ ਜਦੋਂ ਅਸੀਂ ਗੁਰੂ ਨੂੰ ਆਪਾ ਦਿੰਦੇ ਤੇ ਗੁਰੂ ਨੇ ਤੇ ਆਲਰੇਡੀ ਸਾਡੇ ਲਈ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ ਹੈ। ਔਰ ਇਹ ਗੱਲ ਭਾਈ ਸੁਬੇਗ ਸਿੰਘ ਨੇ ਉਸ ਲਾਹੌਰ ਦੇ ਉਸ ਚੌਂਕ ਜਿੱਥੇ ਭਾਈ ਸੁਬੇਗ ਸਿੰਘ ਸ਼ਾਹਬਾਜ਼ ਸਿੰਘ ਪਿਤਾ ਪੁੱਤਰ ਨੂੰ ਚਰਖੜੀ ਤੇ ਚਾੜ ਕੇ ਸ਼ਹੀਦ ਕਰਨ ਦਾ ਜਿਹੜਾ ਫਤਵਾ ਸੁਣਾਇਆ ਗਿਆ ਸੀ, ਤੇ ਕਾਜ਼ੀ ਨੇ ਉਹਨਾਂ ਨੂੰ ਕਿਹਾ ਕਿ ਜੀ ਤੁਸੀਂ ਬਜ਼ੁਰਗ ਹੋ, ਤੁਸੀਂ ਤਾਂ ਜੀਵਨ ਭੋਗ ਲਿਆ, ਤੁਹਾਡਾ ਇੱਕੋ ਇੱਕ ਜਵਾਨ ਪੁੱਤਰ ਹੈ, ਇਹਨੂੰ ਹੀ ਕਹੋ ਕਿ ਵੀ ਇਹ ਆਪਣਾ ਧਰਮ ਬਦਲ ਲੈ, ਘੱਟੋ ਘੱਟ ਤੁਹਾਡੀ ਜੜ ਤਾਂ ਰਹੇਗੀ। ਤੇ ਜਿਹੜਾ ਜਵਾਬ ਭਾਈ ਸੁਬੇਗ ਸਿੰਘ ਜੀ ਨੇ ਦਿੱਤਾ ਉਹ ਸਾਨੂੰ ਸਭ ਨੂੰ ਅੱਜ ਦੇ ਦਿਨ ਯਾਦ ਕਰਨ ਦੀ, ਦੁਹਰਾਉਣ ਦੀ ਲੋੜ ਹੈ। ਭਾਈ ਸਾਹਿਬ ਨੇ ਫਰਮਾਇਆ, ਹਮ ਕਾਰਨ ਗੁਰ ਕੁਲਹ ਗਵਾਈ,
ਹਮ ਕੁਲ ਰਾਖੇ ਕਵਨ ਵਡਾਈ। ਜੀ ਕਿ ਸਾਡੀ ਖਾਤਰ ਗੁਰੂ ਨੇ ਆਪਣੀ ਕੁਲ ਆਪਣਾ ਸਰਬੰਸ ਕੁਰਬਾਨ ਕੀਤਾ ਤੇ ਜੇ ਅੱਜ ਸਿੱਖੀ ਦੀ ਪਰਖ ਹੈ ਤੇ ਅਸੀਂ ਆਪਣੀ ਕੁਲ ਦਾ ਫਿਕਰ ਕਰੀਏ ਤੇ ਇਹ ਸਿੱਖੀ ਨੂੰ ਦਾਗ ਹੈ, ਇਹ ਸਿੱਖੀ ਦੀ ਵਡਿਆਈ ਨਹੀਂ ਹੈ। ਜੀ ਸੋ ਸਤਿਗੁਰੂ ਰਹਿਮਤ ਕਰਨ, ਸਾਨੂੰ ਸਭ ਨੂੰ ਹਿੰਮਤ ਦੇਣ, ਹੌਸਲਾ ਦੇਣ, ਜਾਂਚ ਦੱਸਣ ਸਿੱਖੀ ਜੀਵਨ ਜਿਉਣ ਦੀ। ਔਰ ਅਸੀਂ ਸਮੂਹ ਸਿੱਖ ਸੰਗਤਾਂ ਨੂੰ ਇਸ ਵਾਰ ਇਸ ਮੌਕੇ ਤੇ ਇੱਕ ਵਾਰ ਫੇਰ ਮੁਬਾਰਕਬਾਦ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਮੁਬਾਰਕ ਦਿਨ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।